ਪਈ ਗਈ ਸਾਂ 11 ਜਨਵਰੀ ਨੂੰ ਗਈ ਸਾਂ ਤੇ ਸਾਨੂੰ ਗਲਤ ਏਜੰਟ ਦੇ ਹੱਥ ਵਿੱਚ ਦਿੱਤਾ ਗਿਆ। ਉੱਥੇ ਕੋਈ ਮੁਸਲਮਾਨ ਸੀ, ਲੇਡੀ ਸੀਗੀ, ਕੈਦ ਕਰਕੇ ਅੰਦਰ ਰੱਖਦੇ ਸੀ ਤੇ ਇਸ ਕਰਕੇ ਅਸੀਂ ਆਪਣੇ ਘਰਦਿਆਂ ਨੂੰ ਜਦੋਂ ਦੱਸਿਆ ਵੀ ਸਾਡੇ ਨਾਲ ਕੁਛ ਹੁੰਦਾ ਪਿਆ ਹੈ ਤੇ ਸਾਡੇ ਘਰਦਿਆਂ ਨੇ ਏਜੰਟ ਦੇ ਖਿਲਾਫ ਕੋਈ ਐਕਸ਼ਨ ਕੀਤਾ। ਉਹਦੇ ਬਾਰੇ ਜੀ ਸਭਰਾ ਦੀ ਇੱਕ ਜਨਾਨੀ ਸੀ, ਉਹਨੇ ਦੱਸ ਪਾਈ ਵੀ ਮੇਰੀਆਂ ਕੁੜੀਆਂ ਵੀ ਪਹਿਲਾਂ ਉੱਥੇ ਗਈਆਂ ਆ, ਉਹ ਕੰਮ ਕਰ ਰਹੀਆਂ ਆ ਤੇ ਇਹਨੂੰ ਹੀ ਭੇਜ ਦਿਓ। ਕਿ ਕੋਈ ਕਸਟਮਰ ਆਊਗਾ ਤੁਹਾਨੂੰ ਸਿਲੈਕਟ ਕਰਕੇ ਲੈ ਕੇ ਜਾਊਗਾ ਤੇ ਦੁਬਈ ਦੇ ਏਜੰਟ ਹੈਗੇ ਆ ਤੇ ਉਹਨਾਂ ਨੂੰ ਕਿਹਾ ਕਿ ਉਹਨਾਂ ਕੁੜੀਆਂ ਨੂੰ ਉੱਥੋਂ ਲੈ ਕੇ ਆਓ ਤੇ ਉਹ ਸਾਨੂੰ ਉੱਥੋਂ ਫਿਰ 1 ਲੱਖ ਰੁਪਇਆ ਦੇ ਕੇ ਖਰੀਦ ਲੈ ਆਏ। ਕੋਈ ਲੇਡੀਜ਼ ਆ ਨਾ ਜਿਹੜੀ ਦੁਬਈ ਵਾਲਾ ਮੂੰਹ ਨਾ ਚੁੱਕੇ ਵੀ। ਪੰਜਾਬੀ ਮੀਡੀਆ ਗਰੁੱਪ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਮੈਂ ਹਾਂ ਬੱਲੂ ਮਹਿਤਾ ਪੱਟੀ। ਔਰ ਜਿਸ ਤਰ੍ਹਾਂ ਕਿ ਲੋਕ ਵਿਦੇਸ਼ਾਂ 'ਚ ਜਾ ਕੇ ਘਰ ਦੇ ਮਾਹੌਲ ਨੂੰ ਸੁਖਾਲਾ ਕਰਨ ਲਈ ਜਿਹੜੇ ਉਪਰਾਲੇ ਕਰਦੇ ਨੇ, ਪਰ ਕਈ ਗਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਨੇ। ਅਜਿਹਾ ਹੀ ਇੱਕ ਮਾਮਲਾ ਪੱਟੀ ਦੇ ਵਿੱਚ ਸਾਹਮਣੇ ਆਏ। ਸਾਡੇ ਨਾਲ ਇੱਥੇ ਮੌਜੂਦ ਨੇ ਕਿ ਗਲਤ ਏਜੰਟਾਂ ਦੇ ਹੱਥੀਂ ਚੜ੍ਹੇ ਜਿਹੜੀ ਔਰਤ ਇੱਕ ਵਾਪਸ ਆਈ। ਗੱਲਬਾਤ ਕਰਾਂਗੇ। ਕੀ ਨਾਮ ਜੀ ਤੁਹਾਡਾ? ਪਰਵੀਨ ਬੱਲਾ। ਕਿੱਥੇ ਗਿਆ ਸੀ ਤੁਸੀਂ? ਦੁਬਈ ਦੇ ਵਿੱਚ। ਦੁਬਈ 'ਚ ਕਦੋਂ ਗਿਆ ਸੀ ਤੇ ਕੀ ਮਾਮਲਾ ਜਿਹੜਾ ਤੁਹਾਡੇ ਨਾਲ ਵਾਕਿਆ? ਮੈਂ 11 ਜਨਵਰੀ ਨੂੰ ਗਈ ਸੀ ਤੇ ਉੱਥੇ ਮਤਲਬ ਕਿ ਮੁਸਲਮਾਨ ਸੀ, ਲੇਡੀਜ਼ ਨਰਗਿਸ ਦਾ ਨਾਮ ਸੀ ਤੇ ਉਹਨਾਂ ਦੇ ਘਰ ਗਏ ਸੀ, ਆਪਸੀ ਉਹਨਾਂ ਦਾ ਕੋਈ, ਤੇ ਉੱਥੇ ਸਾਨੂੰ ਕੈਦ ਕਰਕੇ ਰੱਖਦੇ ਸੀ ਤੇ ਮਤਲਬ ਕਿ ਸਾਹਮਣੇ ਉਹਨਾਂ ਦਾ ਦਫ਼ਤਰ ਹੀ ਨੀਚੇ, ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਨਹੀਂ ਸੀ ਹੈਗਾ ਵੀ। ਤੇ ਉਹ ਸਾਨੂੰ ਉੱਥੇ ਕਹਿੰਦੇ ਸੀ ਮਤਲਬ ਕਿ ਲਿਜਾ ਕੇ ਆਫਿਸ ਬਣਿਆ ਸੀ ਬਾਜ਼ਾਰ ਹੀ ਮੀਨਸ, ਤੇ ਉੱਥੇ ਜਾ ਕੇ ਸਾਨੂੰ ਖੜੇ ਕਰਦੇ ਕਹਿੰਦੇ ਸੀ ਕਿ ਏਜੰਟ ਉਹ ਮਤਲਬ ਕਿ ਕਸਟਮਰ ਆਊਗਾ ਤੇ ਤੁਹਾਨੂੰ ਸਿਲੈਕਟ ਕਰਕੇ ਲੈ ਕੇ ਜਾਊਗਾ। ਤੇ ਸਾਨੂੰ ਇਹ ਸਭ ਸਰ ਚੰਗਾ ਨਹੀਂ ਸੀ ਲੱਗਦਾ ਵੀ, ਤੇ ਇਸ ਕਰਕੇ ਅਸੀਂ 2 ਟਾਈਮ ਸਾਨੂੰ ਲੈ ਕੇ ਜਾਂਦੇ ਸੀ, ਸਵੇਰੇ ਤੇ ਸ਼ਾਮ। ਤੇ ਬਾਅਦ 'ਚ ਮੈਨੂੰ ਇਹ ਸਭ ਚੰਗਾ ਨਹੀਂ ਲੱਗਾ। ਫਿਰ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਿਆ ਕਿ ਮੈਨੂੰ ਬਿਲਕੁਲ ਇਵੇਂ ਦੀ ਹਾਲਾਤ ਜਿਹੜੇ ਕਿ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਮੈਂ ਇੱਥੇ ਦੁਬਈ 'ਚ ਨਹੀਂ ਰਹਿਣਾ ਚਾਹੁੰਦੀ, ਵਾਪਸ ਆਉਣਾ ਚਾਹੁੰਦੀ ਹਾਂ। ਤਾਂ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਿਆ ਇਹ ਮੈਡਮ ਨੂੰ ਵੀ ਸਾਡੀ ਗੱਲ ਲੀਕ ਹੋ ਚੁੱਕੀ ਹੈ, ਤੇ ਫਿਰ ਉਹਨਾਂ ਨੇ ਮੇਰਾ ਪਾਸਪੋਰਟ ਔਰ ਮੇਰਾ ਮੋਬਾਈਲ ਹੈ ਜਿਹੜਾ ਉਹ ਜ਼ਬਤ ਕਰ ਲਿਆ। ਮੈਨੂੰ ਮਤਲਬ ਕਿ ਖੋਹ ਲਿਆ ਮੇਰੇ ਕੋਲੋਂ, ਮੈਨੂੰ ਵਾਪਸ ਦਿੰਦੇ ਨਹੀਂ ਸੀ। ਤੇ ਫਿਰ ਸਾਡੇ ਘਰਦਿਆਂ ਨੇ ਜਿਹੜੇ ਇੰਡੀਆ ਦੇ ਏਜੰਟ ਆ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ। ਤੇ ਫਿਰ ਉਹ ਜਿਹੜੇ ਇੰਡੀਆ ਦੇ ਏਜੰਟ ਸੀ ਉਹਨਾਂ ਨੇ ਕਿਸੇ ਆਪਣੇ ਨਾਲ ਪਤਾ ਕੀਤਾ ਕਿ ਸਾਡੀ ਗੱਲ ਲੀਕ ਹੋ ਚੁੱਕੀ ਆ, ਤੇ ਫਿਰ ਉਹਨਾਂ ਨੇ ਕੋਈ ਹੋਰ ਉੱਥੋਂ ਦਾ ਹੈਗਾ ਕਿ ਸ਼ੇਖ ਸੀ, ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨਾਲ ਸਾਨੂੰ ਉੱਥੋਂ ਲੈ ਕੇ ਆਂਦਾ ਆਪਣੇ ਕੋਲ 5000 ਰੁਪਇਆ ਉੱਧਰ ਦਾ ਤੇ ਇੱਧਰ ਦਾ 1 ਲੱਖ ਰੁਪਇਆ ਸੀ। ਤੇ ਬਾਅਦ 'ਚ ਉੱਥੇ ਮੈਂ ਰਹੀ ਹਾਂ ਤੇ ਫਿਰ ਮਤਲਬ ਕਿ ਮੇਰੇ ਘਰ ਵਾਲਿਆਂ ਉਹ ਮੈਨੂੰ ਕਹਿੰਦੇ ਸੀ ਜੇ ਤੂੰ ਇੰਡੀਆ ਵਾਪਸ ਜਾਣਾ ਹੈ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੰਨਾ ਕੰਮ ਨਹੀਂ ਕਰਨਾ ਚਾਹੁੰਦੀ। ਮੈਂ ਉੱਥੇ ਬਿਮਾਰ ਵੀ ਹੋ ਚੁੱਕੀ ਹਾਂ ਬਹੁਤ ਜ਼ਿਆਦਾ, ਕਿ ਮੈਨੂੰ ਕਿ ਪ੍ਰੋਬਲਮ ਇਹੋ ਜਿਹੀ ਆ ਗਈ, ਪਰੇਸ਼ਾਨੀ ਨਾਲ ਮੇਰੀ ਧੜਕਣ ਬਹੁਤ ਵੱਧਦੀ ਸੀ। ਤਾਂ ਫਿਰ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਿਆ। ਫਿਰ ਪ੍ਰਿੰਸ ਭਾਜੀ ਨਾਲ ਮੇਰੇ ਘਰ ਵਾਲਿਆਂ ਨੇ ਕਨੈਕਟ ਕੀਤਾ ਤੇ ਫਿਰ ਦੁਬਈ ਦੇ ਵਿੱਚ SP ਸਿੰਘ ਓਬਰਾਏ ਸਰ, ਉਹਨਾਂ ਨਾਲ ਮੇਰੀ ਗੱਲਬਾਤ ਹੋਈ। ਉਹਨਾਂ ਨੇ ਮੇਰੇ ਪੈਸੇ ਭਰੇ 60000 ਰੁਪਇਆ ਤੇ ਫਿਰ ਉਹਨਾਂ ਨੇ ਮੇਰੀ ਏਜੰਟ ਨੇ ਟਿਕਟ ਕਰਾਈ ਤੇ ਫਿਰ ਮੈਂ 21 ਫਰਵਰੀ ਇੱਥੇ ਇੰਡੀਆ ਵਾਪਸ ਆਈ ਹਾਂ। ਕਿੰਨਾ ਚਿਰ ਉੱਥੇ ਰਹੇ ਤੁਸੀਂ? ਉੱਥੇ 11 ਜਨਵਰੀ ਨੂੰ ਗਈ ਸੀ ਤੇ 1.5 ਮਹੀਨਾ ਤਕਰੀਬਨ ਲੱਗਿਆ। ਹਾਲਾਤ ਕੀ ਤੁਹਾਨੂੰ ਲੱਗੀ ਉੱਥੋਂ ਦੇ ਜਾ ਕੇ? ਮਤਲਬ 1.5 ਮਹੀਨਾ ਤੁਸੀਂ ਰਹੇ ਜੇ? ਹਾਂਜੀ, ਕੀ ਹਾਲਾਤ ਤਾਂ ਬਿਲਕੁਲ ਸਰ ਮਾੜਾ ਸੀ ਉੱਥੇ। ਹਾਲਾਤ ਬਿਲਕੁਲ ਨਹੀਂ ਸੀ ਕਿ ਸਹੀ ਹੈਗੀ, ਕੋਈ ਸੇਫਟੀ ਨਹੀਂ ਹੈਗੀ ਵੀ ਕਿ ਲੇਡੀਜ਼ ਦੀ ਕਹਿ ਦਿੰਦੇ ਆ ਕਿ ਤੁਹਾਨੂੰ ਘਰ ਦਾ ਕੰਮ ਦੇਵਾਂਗੇ, ਪਰ ਕੰਮ ਨਹੀਂ ਗਾ ਹੈਗਾ ਕੋਈ ਖਾਸ ਉੱਥੇ, ਕਿ ਕੋਈ ਸੇਫਟੀ ਨਹੀਂ ਗੀ ਹੈਗੀ ਵੀ ਲੇਡੀਜ਼ ਦੀ ਖਾਸ ਕਰਕੇ। ਫਿਰ ਜਿਵੇਂ ਸਰਬੱਤ ਦਾ ਭਲਾ ਟਰੱਸਟ ਵਾਲਾ ਸੰਬੰਧ ਕਿੱਦਾਂ ਬਣਿਆ ਤੁਹਾਡਾ? ਉਹ ਕਿੱਦਾਂ ਗੱਲਬਾਤ ਹੋਈ? ਇਹ ਮੇਰੇ ਇੰਡੀਆ ਤੋਂ ਪੇਪਰ ਲੱਗੇ ਹੋਏ ਸੀ, ਪ੍ਰਿੰਸ ਭਾਜੀ ਉਹਨਾਂ ਨੇ ਲਵਾਇਆ ਸੀ ਤੇ ਹੁਣ ਸਰਬੱਤ ਦਾ ਭਲਾ ਟਰੱਸਟ ਤੇ ਉਹਨਾਂ ਨੇ ਮਤਲਬ ਕਿ ਮੇਰੀ ਹੈਲਪ ਕੀਤੀ ਹੈ। ਕਿੰਨੇ ਲੜਕੀਆਂ ਤੁਹਾਨੂੰ ਉੱਥੇ ਤਕਰੀਬਨ 60-70 ਲੇਡੀਜ਼ ਹੈਗੀਆਂ ਸੀ, ਉਹ ਅਲੱਗ-ਅਲੱਗ ਕੰਟਰੀ ਦੀ ਸੀ। ਤੇ ਏਜੰਟ ਖਿਲਾਫ ਕੋਈ ਕਾਰਵਾਈ ਕਰੋਗੇ ਤੁਸੀਂ? ਹਾਂਜੀ, ਮੈਂ ਤਾਂ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮੈਂ ਫਸੀ ਹਾਂ, ਮੇਰੇ ਕਾਰਨ ਜਿਸ ਤਰ੍ਹਾਂ ਮੈਂ ਫਸੀ ਹਾਂ, ਮੈਂ ਤਾਂ ਵਾਪਸ ਆ ਗਈ ਹਾਂ। ਤੇ ਹੋਰ ਕੋਈ ਲੇਡੀਜ਼ ਆ ਕਿ ਮੈਂ ਤਾਂ ਇਹੀ ਸੁਝਾਅ ਦੇਵਾਂਗੀ ਉਹਨਾਂ ਨੂੰ ਕਿ ਕੋਈ ਹੋਰ ਲੇਡੀਜ਼ ਉੱਥੇ ਦੁਬਈ ਦੇ ਵਿੱਚ ਨਾ ਜਾਵੇ, ਕਿਉਂਕਿ ਬਹੁਤ ਧੋਖਾਧੜੀ ਹੁੰਦਾ ਹੈ ਉੱਥੇ। ਕੀ ਸੰਦੇਸ਼ ਜਿਹੜਾ ਕੀ ਦੇਣਾ ਚਾਹੋਗੇ ਜਿਹੜੀਆਂ ਹੁਣ ਜਾਂਦੀਆਂ ਲੜਕੀਆਂ, ਕੀ ਸੰਦੇਸ਼ ਦਿਓਗੇ ਉਹਨਾਂ ਨੂੰ? ਮੈਂ ਇਹੀ ਕਹਾਂਗੀ ਵੀ ਇੰਡੀਆ ਦੇ ਵਿੱਚ
ਕਿ ਕੰਮ ਕਰੋ, ਮਤਲਬ ਕਿ ਦੁਬਈ ਦੇ ਵਿੱਚ, ਖਾਸ ਕਰਕੇ ਦੁਬਈ ਦੇ ਵਿੱਚ ਤੇ ਨਾ ਹੀ ਜਾਣ। ਮੈਂ ਇਹੀ ਸੰਦੇਸ਼ ਦੇਵਾਂਗੀ ਕਿ ਜਿਸ ਤਰ੍ਹਾਂ ਮੈਨੂੰ ਪਤਾ ਕਿ ਮੇਰੇ ਕੀ ਹਾਲਾਤ ਰਹੇ ਆ, ਤੇ ਮੈਂ ਨਹੀਂ ਚਾਹੁੰਦੀ ਵੀ ਜੋ ਮੇਰੇ ਤੇ ਬੀਤੀ ਆ ਹੋਰ ਕਿਸੇ ਲੇਡੀਜ਼ ਨਾਲ ਬੀਤੇ ਹੋਏ ਨੇ। ਇਹਨਾਂ ਦੇ ਪਤੀ ਗੁਰਸੇਵਕ ਸਿੰਘ ਨਾਲ ਨੇ, ਇਹਨਾਂ ਕੋਈ ਜਾਣਕਾਰੀ ਲੈਣੀ ਕੀ ਵਾਕਿਆ ਵਾਪਰਿਆ ਤੁਹਾਡੇ ਨਾਲ? ਸਰ ਇੱਥੇ ਪਰਿੰਗੜੀ ਦੇ ਏਜੰਟ ਹੀ ਅੰਗਰੇਜ਼ ਸਿੰਘ ਤੇ ਉਹਨਾਂ ਦੀ ਵਾਈਫ ਹੀ ਕੁਲਵਿੰਦਰ ਕੌਰ। ਉਹਨਾਂ ਨੇ ਨਾ ਇਹਨੂੰ ਭੇਜਤਾ, ਦੁਬਈ ਭੇਜਤਾ। ਤੋ ਸਰ ਪਹਿਲਾਂ ਤਾਂ ਇਹਨਾਂ ਨੂੰ 16 ਦਿਨ ਤੇ ਤਕਰੀਬਨ ਨਾ ਅੰਦਰ ਰੱਖਿਆ ਗਿਆ ਬੰਦ ਕਰਕੇ, ਤੇ ਇਹਨਾਂ ਦੇ ਮੋਬਾਈਲ ਵੀ ਖੋਲ੍ਹੇ ਤੇ ਪਾਸਪੋਰਟ ਵੀ ਖੋਲ੍ਹੇ ਸੀ, ਤੇ ਸਾਡੀ ਗੱਲ ਨਹੀਂ ਕੋਈ ਹੁੰਦੀ। ਫਿਰ ਇਹਨਾਂ ਨੇ ਅਸੀਂ ਗੱਲ ਕਰਨ ਦੀ ਗੱਲ ਕੀਤੀ ਤਾਂ ਇਹਨਾਂ ਨੇ ਕਿਸੇ ਫੋਨ ਤੋਂ ਗੱਲ ਕਰਵਾਈ ਜਿਹੜੇ ਏਜੰਟ ਸੀ ਉਹਨਾਂ ਨਾਲ, ਤੇ ਫਿਰ ਸਾਡੀ ਮਾੜੀ ਮੋਟ ਗੱਲ ਹੋਈ। ਫਿਰ ਸਾਡੇ ਕਹਿਣ 'ਤੇ ਇਹਨਾਂ ਨੂੰ ਕਿਤੇ 5 ਮਿੰਟ 10 ਮਿੰਟ ਫੋਨ ਕਿਤੇ ਦਿੱਤਾ ਉਹਨਾਂ ਨੇ, ਤੇ ਇਹਨਾਂ ਨੇ ਰਿਕਾਰਡਿੰਗ ਪਾਈ ਕਿ ਇੱਦਾਂ ਸਾਨੂੰ ਥੱਲੇ ਲੈ ਜਾਂਦੇ ਆ ਤੇ ਬਾਜ਼ਾਰ ਦੇ ਵਿੱਚ ਖਿਲਾਰਦੇ ਆ, ਤੇ ਕਹਿੰਦੇ ਕਿ ਕਸਟਮਰ ਆਉਣਗੇ ਤੇ ਸਿਲੈਕਟ ਕਰਕੇ ਲੈ ਕੇ ਜਾਣਗੇ। ਤੇ ਜਿਵੇਂ ਸਾਨੂੰ ਪਤਾ ਲੱਗਿਆ ਤੇ ਅਸੀਂ ਉਹਨਾਂ ਏਜੰਟਾਂ ਨੂੰ ਇਹ ਗੱਲ ਕਹੀ, ਤੇ ਫਿਰ ਉਹਨਾਂ ਨੇ ਨਾ ਇਹਨਾਂ ਨੂੰ ਹੋਰ ਕਿਤੇ ਸ਼ਿਫਟ ਕਰਤਾ। ਦੁਬਈ ਦੇ ਵਿੱਚ ਹੀ ਹੋਰ ਹੀ ਕੋਈ ਏਜੰਟ ਉਹਨਾਂ ਕੋਲ ਭੇਜਤਾ ਕਿ ਤੁਸੀਂ ਇਹਨਾਂ ਨੂੰ ਉੱਥੇ ਰੱਖਿਆ ਜਾਵੇ। ਤੇ ਉੱਥੇ 1 ਮਹੀਨਾ ਉੱਥੇ ਰੱਖਿਆ ਗਿਆ ਇਹਨਾਂ ਨੂੰ। ਜਿਹੜੇ ਵੀ ਏਜੰਟ ਆ ਪਰਿੰਗੜੀ ਦੇ, ਅਸੀਂ ਉਹਨਾਂ ਖਿਲਾਫ ਕਾਰਵਾਈ ਕਰਾਂਗੇ, ਕੰਪਲੇਂਟ ਕਰਾਂਗੇ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ, ਇਹੋ ਕਰਾਂਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਸਾਡੇ ਨਾਲ ਮੌਜੂਦ ਨੇ। ਪੂਰਾ ਮਾਮਲਾ ਲੈ ਲੈਂਦੇ। ਧੁੰਨਾ ਸਾਹਿਬ ਕੀ ਮਾਮਲਾ ਹੈ? ਇਹ ਜੀ ਅੱਜ ਤੋਂ ਹਫ਼ਤਾ ਕੁ ਪਹਿਲਾਂ ਜਿਹੜੀ ਪ੍ਰਵੀਨ ਬਾਲਾ ਲੜਕੀ ਜਿਹੜੀ ਦੁਬਈ ਗਈ ਸੀ, ਉਹਦਾ ਜਿਹੜਾ ਹਸਬੈਂਡ ਹੈ ਗੁਰਸੇਵਕ ਸਿੰਘ, ਉਹ ਮੇਰੇ ਕੋਲ ਆਏ ਸੀ ਤੇ ਉਹਨਾਂ ਨੇ ਸਾਰਾ ਆਪਣੀ ਜਾਣਕਾਰੀ ਦਿੱਤੀ ਵੀ ਇਸ ਤਰ੍ਹਾਂ ਕਰਕੇ 1.5 ਮਹੀਨਾ ਪਹਿਲਾਂ ਮੇਰੀ ਪਤਨੀ ਜਿਹੜੀ ਦੁਬਈ ਗਈ ਹੈ ਤੇ ਗਲਤ ਏਜੰਟਾਂ ਦੇ ਹੱਥਾਂ 'ਤੇ ਜਾਣ ਕਾਰਨ ਉਹ ਉੱਥੇ ਬੜੀ ਮਾੜੀ ਹਾਲਤ, ਕਹਿਣ ਤੋਂ ਭਾਵੀ ਨਰਕ ਤੋਂ ਜਿਹੜੇ ਬੁਰੇ ਹਾਲਾਤਾਂ ਦੇ ਵਿੱਚ ਉਹ ਜੀਵਨ ਬਸਰ ਕਰ ਰਹੀ ਹੈ। ਤੇ ਇਹਨਾਂ ਨੇ ਬੇਨਤੀ ਕੀਤੀ ਵੀ ਸਾਨੂੰ ਉੱਥੋਂ ਲਿਆਇਆ ਜਾਵੇ, ਕਿਉਂਕਿ ਜਿਹੜੇ ਪੈਸੇ ਏਜੰਟ ਮੰਗਦੇ ਸੀ, ਪਹਿਲਾਂ ਬਾਰਗੇਨਿੰਗ ਵਾਲਾ ਕੰਮ ਸੀ, 2 ਲੱਖ ਤੋਂ ਸ਼ੁਰੂ ਹੋਇਆ, ਫਿਰ 1.5 ਲੱਖ 'ਤੇ ਆ ਗਿਆ, ਫਿਰ ਲੱਖ 'ਤੇ, ਫਿਰ 60,000 'ਤੇ ਐਂਡ 'ਤੇ ਮਤਲਬ ਸਾਡੀ ਉਹਨਾਂ ਨਾਲ ਸੈਟਿੰਗ ਹੋਈ। ਤੇ ਇਹਨਾਂ ਨੇ ਬੇਨਤੀ ਕਰਨ 'ਤੇ ਫਿਰ ਮੈਂ ਜਿਹੜਾ ਸਾਰਾ ਮਾਮਲਾ ਸੀ ਸਰਦਾਰ SP ਸਿੰਘ ਬਰਾਜ ਜੀ ਦੇ ਉਹਨਾਂ ਦੇ ਧਿਆਨ ਹੇਠ ਲਿਆਂਦਾ। ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੀ ਟੀਮ ਨੂੰ ਉਸੇ ਵੇਲੇ ਹੀ ਜ਼ਿੰਮੇਵਾਰੀ ਲਗਾ ਦਿੱਤੀ ਗਈ ਵੀ ਉਹ ਏਜੰਟਾਂ ਨਾਲ ਰਾਬਤਾ ਕਰਕੇ ਜੋ ਵੀ ਬਣਦਾ ਕੀਤਾ ਜਾਵੇ। ਸੋ 60,000 ਰੁਪਈਆ ਦੇ ਕੇ ਤੇ ਲੜਕੀ ਨੂੰ ਉੱਥੋਂ ਛੁਡਵਾਇਆ ਗਿਆ ਜੀ। ਇਹ ਲੜਕੀ ਕੱਲ੍ਹ ਰਾਤ ਪੰਜਾਬ ਪੁੱਜੀ ਹੈ ਜੀ ਇਸ ਵਕਤ। ਸੋ ਆਪਣੀ ਟੀਮ ਵੱਲੋਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਕਿ ਵਿਦੇਸ਼ ਜਾਂਦੇ ਨੇ? ਅਸੀਂ ਜਿਹੜੀ ਵੀ ਪ੍ਰੈਸ ਕਾਨਫਰੰਸ ਬਰਾਜ ਸਾਹਿਬ ਵੀ ਕਰਦੇ ਨੇ, ਸਾਡੇ ਵੱਲੋਂ ਵੀ ਕੀਤੀ ਜਾਂਦੀ। ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਜਿਹੜੇ ਦੁਬਈ, ਖਾਸ ਕਰ ਦੁਬਈ ਜਾਣਾ ਚਾਹੁੰਦੇ ਨੇ, ਚਾਹੇ ਲੜਕੀਆਂ ਚਾਹੇ ਲੜਕੇ ਨੇ, ਜਦੋਂ ਉਹਨਾਂ ਦਾ ਵੀਜ਼ਾ ਲੱਗਦਾ ਇੱਕ ਵਾਰੀ ਸਾਡੇ ਨਾਲ ਸੰਪਰਕ ਜ਼ਰੂਰ ਕਰਨ, ਸਾਨੂੰ ਇੱਕ ਵਾਰੀ ਆਪਣਾ ਵੀਜ਼ਾ ਦਿਖਾਉਣ। ਅਸੀਂ ਉਹਨਾਂ ਨੂੰ 1 ਹਫ਼ਤੇ ਦੇ ਵਿੱਚ ਦੱਸਾਂਗੇ ਵੀ ਤੁਹਾਡਾ ਵੀਜ਼ਾ ਸਹੀ ਲੱਗਾ ਜਾਂ ਗਲਤ ਲੱਗਾ, ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਆਰਥਿਕ ਤੌਰ 'ਤੇ ਆਪਾਂ ਨੂੰ ਪਤਾ ਹੀ ਆ ਕਿ ਘਰਾਂ ਦੇ ਬਹੁਤ ਮਾੜੇ ਨੇ। ਤਕਰੀਬਨ ਜਿਹੜਾ ਹਰ ਕੋਈ ਆ ਉਹ ਬਾਹਰ ਜਾਣਾ ਚਾਹੁੰਦਾ ਹੈ। ਜੇ ਕੋਈ ਚੰਗੀ ਕੰਟਰੀ ਨਹੀਂ ਜਾ ਸਕਦਾ ਤਾਂ ਉਹ ਦੁਬਈ ਵੱਲ ਰੁੱਖ ਕਰ ਲੈਂਦਾ ਵੀ ਉੱਥੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਲਵਾਂਗੇ। ਪਰ ਉੱਥੇ ਲੜਕੀਆਂ ਨੂੰ ਲਿਜਾ ਕੇ ਵੇਚਿਆ ਜਾਂਦਾ ਹੈ, ਉਹਨਾਂ ਦਾ ਆਰਥਿਕ, ਸਰੀਰਕ, ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ। ਸੋ ਸਾਡੀ ਇਹੋ ਬੇਨਤੀ ਹੈ, ਪਹਿਲੀ ਗੱਲ ਤਾਂ ਸਾਡੇ ਕੋਲ ਇੱਕ ਵਾਰੀ ਜੇ ਤੁਹਾਡਾ ਵੀਜ਼ਾ ਲੱਗ ਗਿਆ, ਇੱਕ ਵਾਰੀ ਕਨਫਰਮ ਜ਼ਰੂਰ ਕਰਵਾਇਆ ਜਾਵੇ ਕਿ ਤੁਹਾਡਾ ਵੀਜ਼ਾ ਗਲਤ ਹੈ ਕਿ ਸਹੀ ਹੈ, ਅਤੇ ਜੇ ਸਹੀ ਪਾਇਆ ਜਾਂਦਾ ਤਾਂ ਅਸੀਂ ਤੁਹਾਨੂੰ ਦੱਸ ਦਾਂਗੇ, ਫਿਰ ਤੁਹਾਨੂੰ ਉੱਥੇ ਕੋਈ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਹੀਂ ਆਏਗੀ।